सत श्री अकाल जी सारिਆਂ ਨੂੰ। ਅੱਜ ਅਸੀਂ ਕਰਾਂਗੇ ਪੰਜਾਬੀ ਮਾਸਟਰ ਕੇਡਰ ਲਈ ਕੁਝ ਮਹੱਤਵਪੂਰਨ ਪ੍ਰਸ਼ਨ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਕਰਵਾਵਾਂਗੀ ਕਿ ਸਵਰ ਵਾਹਕ ਸਵਰ ਊੜਾ ਆੜਾ ਈੜੀ ਗੁਰਮੁਖੀ ਲਿਪੀ ਦੇ ਤਿੰਨ ਪਹਿਲੇ ਅਜਿਹੇ ਅੱਖਰ ਹਨ ਜਿਨ੍ਹਾਂ ਨੂੰ ਸਵਰ ਵਾਹਕ ਕਿਹਾ ਜਾਂਦਾ ਹੈ। ਸਵਰ ਵਾਹਕ ਦਾ ਮਤਲਬ ਸਵਰਾਂ ਨੂੰ ਜਿਹੜਾ ਗਤੀ ਦਿੰਦੇ ਨੇ, ਗਤੀਸ਼ੀਲ ਬਣਾਉਂਦੇ ਨੇ, ਉਹਨਾਂ ਨੂੰ ਸਵਰ ਵਾਹਕ ਕਿਹਾ ਜਾਂਦਾ ਹੈ। ਕਿਉਂਕਿ ਜੇ ਅਸੀਂ ਵੈਸੇ ਇਹ ਤਿੰਨੋਂ ਸਵਰ ਵਾਹਕ ਨੇ। ਜੇ ਅਸੀਂ ਸਵਰਾਂ ਦੀ ਕਹੀਏ ਨਾ, ਵਿਦਿਆਰਥੀਆਂ ਨੂੰ ਇਹ ਕਨਫਿਊਜ਼ਨ ਹੁੰਦੀ ਹੈ ਕਿ ਸਵਰ ਵਾਹਕ ਅਤੇ ਸਵਰ ਇੱਕੋ ਚੀਜ਼ ਨੇ, ਪਰ ਨਹੀਂ, ਇਹ ਤਿੰਨੋਂ ਸਵਰ ਵਾਹਕ ਨੇ। ਸਵਰ ਹੈ ਜੋ ਪੰਜਾਬੀ 'ਚ, ਉਹਨਾਂ ਦੀ ਗਿਣਤੀ 10 ਹੈ ਕਿ ਹਰੇਕ ਇੱਕ ਅੱਖਰ ਨਾਲ ਅਲੱਗ-ਅਲੱਗ ਮਾਤਰਾਵਾਂ ਲੱਗ ਕੇ ਉਹ ਸਾਰੇ ਸਵਰਾਂ ਨੂੰ ਬਣਾਉਂਦੇ ਨੇ, 10 ਸਵਰਾਂ ਨੂੰ ਬਣਾਉਂਦੇ ਨੇ। ਜਿਵੇਂ ਕਿ ਮੁਹਾਰਨੀ ਹੈ, ਜਿਵੇਂ ਕਿ ਅੱਗੇ ਆਪਾਂ ਦੇਖਦੇ ਹਾਂ ਊੜੇ ਨੂੰ ਕਿੰਨੀਆਂ ਮਾਤਰਾਵਾਂ ਲੱਗਦੀਆਂ। ਊੜੇ ਨੂੰ 3 ਮਾਤਰਾਵਾਂ ਲੱਗਦੀਆਂ ਹਾਂ। ਜਿੱਥੇ ਊੜੇ ਦਾ ਮੂੰਹ ਖੁੱਲ੍ਹਾ ਹੁੰਦਾ ਹੈ ਉਹਦਾ ਮਤਲਬ ਹੁੰਦਾ ਹੈ ਊੜੇ ਨੂੰ ਹੋੜਾ, ਊੜੇ ਨੂੰ ਹੋੜਾ, ਊੜੇ ਨੂੰ ਔਂਕੜ, ਊੜੇ ਨੂੰ ਦਲੈਂਕੜ। ਊੜੇ ਨਾਲ ਸਿਰਫ ਇਹ 3 ਮਾਤਰਾਵਾਂ ਲੱਗਦੀਆਂ ਹਨ, ਹੋਰ ਊੜੇ ਨਾਲ ਕੋਈ ਵੀ ਮਾਤਰਾ ਨਹੀਂ ਲੱਗ ਸਕਦੀ। ਅੱਗੇ ਆ ਗਿਆ ਈੜੀ। ਈੜੀ ਨੂੰ ਕਿੰਨੀਆਂ ਮਾਤਰਾਵਾਂ ਲੱਗਦੀਆਂ? ਈੜੀ ਨੂੰ ਵੀ 3 ਮਾਤਰਾਵਾਂ ਲੱਗਦੀਆਂ। ਈੜੀ ਨੂੰ ਸਿਹਾਰੀ, ਈੜੀ ਨੂੰ ਬਿਹਾਰੀ, ਈੜੀ ਨੂੰ ਲਾਂ। ਇਸ ਤੋਂ ਇਲਾਵਾ ਈੜੀ ਨੂੰ ਕੋਈ ਵੀ ਮਾਤਰਾ ਨਹੀਂ ਲੱਗ ਸਕਦੀ। ਨਾ ਉਸ ਨੂੰ ਹੋੜਾ ਲੱਗ ਸਕਦਾ ਹੈ, ਨਾ ਉਸ ਨੂੰ ਔਂਕੜ ਲੱਗ ਸਕਦਾ ਹੈ, ਨਾ ਉਸ ਨੂੰ ਦਲੈਂਕੜ ਲੱਗ ਸਕਦਾ ਹੈ, ਨਾ ਉਸ ਨੂੰ ਦਲਾਂ ਲੱਗ ਸਕਦੀ ਹੈ। ਇਸ ਲਈ ਆੜਾ ਨੂੰ ਕਿੰਨੀਆਂ ਮਾਤਰਾਵਾਂ ਲੱਗਦੀਆਂ ਹਨ? ਆੜਾ ਨੂੰ 4 ਮਾਤਰਾਵਾਂ। ਇੱਕ ਮੁਕਤਾ ਗਿਣਿਆ ਜਾਂਦਾ ਹੈ। ਆੜਾ ਇਕੱਲਾ ਅਕਸ਼ਰ ਕੋਈ ਵੀ ਹੋਵੇ ਉਹ ਮੁਕਤੇ ਦੀ ਨਿਸ਼ਾਨੀ ਹੁੰਦਾ ਹੈ, ਮੁਕਤਾ। ਆੜੇ ਨੂੰ ਕੰਨਾ ਲੱਗਦਾ ਹੈ, ਆੜੇ ਨੂੰ ਦਲਾਂ ਲੱਗਦਾ ਹੈ ਅਤੇ ਘਨੌੜਾ ਲੱਗਦਾ ਹੈ। ਇਸ ਲਈ ਇਹ ਸਵਰਾਂ ਦੀ ਗਿਣਤੀ 10 ਹੋ ਜਾਂਦੀ ਹੈ। ਹੋੜੇ ਦੀ ਵਰਤੋਂ ਹੈ ਜਿਹੜੀ, ਉਹ ਆੜੇ ਅਤੇ ਈੜੀ ਨਾਲ ਦੋਨਾਂ ਨਾਲ ਹੀ ਨਹੀਂ ਹੋ ਸਕਦੀ, ਉਹ ਸਿਰਫ ਊੜੇ ਨਾਲ ਹੀ ਹੁੰਦੀ ਹੈ। ਆੜੇ ਨਾਲ ਹੋੜਾ ਨਹੀਂ ਲੱਗਦਾ, ਆੜੇ ਨਾਲ ਸਿਰਫ ਘਨੌੜਾ ਲੱਗਦਾ ਹੈ, ਈੜੀ ਨਾਲ ਵੀ ਨਹੀਂ ਹੋੜਾ ਲੱਗਦਾ। ਜੋੜੀਆਂ ਜੱਗ ਥੋੜੀਆਂ, ਨਰੜ ਬਥੇਰੇ, ਇਹ ਕੀ ਹੈ? ਇਹ ਹੈ ਅਖਾਣ। ਅਖਾਣ ਹੈ। ਅਖਾਣ ਬਾਰੇ ਮੈਂ ਅੱਗੇ ਵੀ ਦੱਸਾਂਗੀ। ਅਖਾਣ ਜੋ ਹੁੰਦੀ ਹੈ ਉਹ ਜਿਵੇਂ ਵੱਡੇ ਵਡੇਰੇ ਜੋ ਆਪਣਾ ਮਤਲਬ ਕਿ ਕਸੀਦਿਆ ਹੋਇਆ ਸੱਚ ਹੁੰਦਾ, ਉਹਦੇ ਜ਼ਿੰਦਗੀ 'ਚੋਂ, ਅਨੁਭਵ 'ਚੋਂ ਜਿਹੜੀਆਂ ਗੱਲਾਂ ਨਿਚੋੜ ਕੱਢਦੇ ਆ, ਉਸ ਨੂੰ ਅਖਾਣ ਦੇ ਤੌਰ 'ਤੇ ਵਰਤਦੇ ਹੈਗੇ। ਜੋ ਜ਼ਿਆਦਾਤਰ ਵਰਤਾਰਾ ਉਹ ਦੇਖਦੇ ਆ ਆਪਦੇ ਆਸੇ ਪਾਸੇ, ਉਸ ਨੂੰ ਇੱਕ ਲੈਮਈ ਮਤਲਬ ਕਿ ਉਹਨੂੰ ਬੰਨ੍ਹ ਦਿੰਦੇ ਨੇ ਸ਼ਬਦਾਂ 'ਚ, ਤਾਂ ਉਸ ਨੂੰ ਅਖਾਣ ਕਿਹਾ ਜਾਂਦਾ ਹੈ। ਲੋਕ ਆਖਦੇ ਹਨ, ਕਿਸ ਦੀ ਪੁਸਤਕ ਹੈ? ਲੋਕ ਆਖਦੇ ਹਨ ਬਣਜਾਰਾ ਸਿੰਘ ਬੇਦੀ ਦੀ ਪੁਸਤਕ ਹੈ। ਇਹ ਅਖਾਣਾਂ ਬਾਰੇ ਅਧਿਐਨ ਹੈ। ਲੋਕ ਆਖਦੇ ਹਨ ਪੁਸਤਕ ਹੈ ਜੋ ਅਖਾਣਾਂ ਬਾਰੇ, ਜਿਵੇਂ ਅਸੀਂ ਅਖਾਣ ਉੱਪਰ ਪੜ੍ਹੀ ਹੈ, ਇਹਨਾਂ ਅਖਾਣਾਂ ਬਾਰੇ ਹੀ ਸਾਰਾ ਜੋ ਪਿਛੋਕੜ ਉਸਦਾ, ਕਿਵੇਂ, ਕਿੱਥੋਂ ਆਈਆਂ, ਕਿਹਨੇ ਬਣਾਉਣੀਆਂ ਸ਼ੁਰੂ ਕੀਤੀਆਂ, ਇਹ ਸਾਰਾ ਹੈ। ਇਹ ਪੁਸਤਕ 1959 ਦੇ ਵਿੱਚ ਆਈ ਸੀ। ਜਗਰਾਵਾਂ ਦੀ ਰੌਸ਼ਨੀ ਦਾ ਮੇਲਾ ਕਦੋਂ ਲੱਗਦਾ ਹੈ? ਜਗਰਾਵਾਂ ਦੀ ਰੌਸ਼ਨੀ ਦਾ ਮੇਲਾ ਫੱਗਣ ਮਹੀਨੇ 'ਚ 14, 15, 16 ਫੱਗਣ ਨੂੰ ਪੀਰ ਅਬਦੁਲ ਕਾਦਰ ਜਿਲਾਨੀ ਦੀ ਕਬਰ ਦੇ ਉੱਤੇ ਲੱਗਦਾ ਹੈ। ਜਗਰਾਵਾਂ ਦੀ ਰੌਸ਼ਨੀ ਜਾਂ ਜਗਰਾਵਾਂ ਦਾ ਮੇਲਾ ਹੈ ਜਿਹੜਾ, ਉਹ 14, 15, 16 ਫੱਗਣ ਨੂੰ ਜੋ ਹੈਗਾ ਪੀਰ ਅਬਦੁਲ ਕਾਦਰ ਜਿਲਾਨੀ ਦੀ ਕਬਰ 'ਤੇ ਲੱਗਦਾ ਹੈ। ਉੱਥੇ ਉਹ ਬਹੁਤ ਸਾਰੇ ਦੀਵੇ ਜਗਾਏ ਜਾਂਦੇ ਹੈ, ਇਸ ਲਈ ਉਹਨਾਂ ਨੂੰ ਜਗਰਾਵਾਂ ਦੀ ਰੌਸ਼ਨੀ ਕਿਹਾ ਜਾਂਦਾ ਹੈ। ਇਹ ਜੇ ਕਦੀ ਵੀ ਕੋਈ ਵੀ ਵਿਦਿਆਰਥੀ ਜਾਵੇ ਤਾਂ ਉਸਨੂੰ ਐਵੇਂ ਲੱਗੇਗਾ ਜਿਵੇਂ ਦੀਵਾਲੀ ਦਾ ਮਾਹੌਲ ਹੁੰਦਾ ਹੈ। ਉੱਥੇ ਇੱਕੇ ਟਾਈਮ ਹੀ ਬਹੁਤ ਸਾਰੇ ਦੀਪ ਜਗਾਏ ਜਾਂਦੇ ਹਨ, ਇਸ ਲਈ ਉਸਨੂੰ ਜਗਰਾਵਾਂ ਦੀ ਰੌਸ਼ਨੀ ਕਿਹਾ ਜਾਂਦਾ ਹੈ। ਅਖਾਣ ਕੀ ਹੈ? ਜੋ ਆਪਾਂ ਪਿੱਛੇ ਮੈਂ ਪੜ੍ਹ ਕੇ ਆਏ ਹਾਂ ਉਹ ਅੱਗੇ ਆ ਗਿਆ। ਅਖਾਣ ਕੀ ਹੈ? ਅਖਾਣ ਦੇ ਵਿੱਚ ਸੰਜਮ ਹੁੰਦਾ ਹੈ, ਚੁਸਤ ਹੁੰਦੀ ਹੈ, ਲੈ ਹੁੰਦਾ ਹੈ। ਅਖਾਣ ਨੂੰ ਹੋਰ ਕੀ ਕਿਹਾ ਜਾਂਦਾ ਹੈ? ਕਹਾਵਤ ਕਿਹਾ ਜਾਂਦਾ ਹੈ, ਕਹਾਵਤਾਂ ਕਿਹਾ ਜਾਂਦਾ ਹੈ। ਅਖਾਣ ਨੂੰ ਅਖਾਣ ਕਿਹਾ ਜਾਂਦਾ ਹੈ, ਅਖੌਤਾਂ ਕਿਹਾ ਜਾਂਦਾ ਹੈ। ਜਿਹੜੀ ਅਖਾਣ 'ਚ ਲੈ ਹੋਣਾ ਬਹੁਤ ਜ਼ਰੂਰੀ ਹੈ। ਇਹ ਉਸ ਨੂੰ ਵਾਰਤਕ ਵਾਂਗੂ ਨਹੀਂ ਪੇਸ਼ ਕਰ ਸਕਦੇ। ਜਿਵੇਂ ਇੱਕ ਉਦਾਹਰਨ ਹੈ ਕਿ 100 ਬੇਰ ਅਤੇ 1 ਸਿਓ, 100 ਚਾਚਾ ਅਤੇ 1 ਪਿਓ, ਮਤਲਬ ਕਿ 100 ਬੇਰਾਂ ਦੇ ਬਰਾਬਰ 100 ਬੇਰ ਵੀ ਮਤਲਬ ਕਿ ਇੱਕ ਸੇਬ ਦੀ ਜਿਹੜੀ ਹੈਗੀ ਰੀਸ ਨਹੀਂ ਕਰ ਸਕਦੇ, ਅਤੇ 100 ਚਾਚਾ ਮਿਲ ਕੇ ਵੀ ਇੱਕ ਪਿਤਾ ਦੀ ਰੀਸ ਨਹੀਂ ਕਰ ਸਕਦੇ। ਕਿ ਜੋ ਕੰਮ ਪਿਤਾ ਨੇ ਕਰਨਾ ਉਹ 100 ਚਾਚਾ ਵੀ ਮਿਲ ਕੇ ਨਹੀਂ ਕਰ ਸਕਦੇ, ਜੋ ਇੱਕ ਪਿਤਾ ਆਪਣੇ ਬੱਚਿਆਂ ਲਈ ਸੋਚ ਸਕਦਾ ਹੈ। ਇਸ ਲਈ ਉਹ ਚੁਸਤ ਹੋਣੀ ਚਾਹੀਦੀ ਹੈ, ਮਤਲਬ ਕਿ ਇੱਕਦਮ ਦਿਮਾਗ 'ਚ ਤੁਹਾਡੇ ਇਫੈਕਟ ਕਰਨਾ ਚਾਹੀਦਾ। ਇਹ ਨਹੀਂ ਕਿ ਤੁਹਾਨੂੰ ਉਹ ਤੁਹਾਡੇ 'ਤੇ ਇਫੈਕਟ ਨਾ ਕਰੇ। ਚੁਸਤ ਹੋਣੀ ਚਾਹੀਦੀ ਆ ਅਤੇ ਸੰਜਮ ਹੋਣਾ ਚਾਹੀਦਾ, ਬਹੁਤਾ ਵਿਸਤਾਰ ਨਹੀਂ ਹੋਣਾ ਚਾਹੀਦਾ। ਅਖੌਤ ਦਾ ਮਤਲਬ ਇਹੀ ਹੈ ਕਿ ਉਹ ਬਹੁਤ ਸੀਮਤ ਸ਼ਬਦਾਂ 'ਚ ਹੋਣੀ ਚਾਹੀਦੀ ਹੈ, ਨਾ ਕਿ ਬਹੁਤ ਜ਼ਿਆਦਾ ਖਲਿਆਰਾ ਉਹ, ਕਿਉਂਕਿ ਉਸ ਦਾ ਬਾਅਦ ਵਿੱਚ ਜੇ ਜ਼ਿਆਦਾ ਲੰਬੀ ਹੋਵੇਗੀ ਅਖਾਣ ਤਾਂ ਉਸ ਦੀ ਜਿਹੜੀ ਸੁੰਦਰਤਾ ਹੈ ਉਹ ਸਭ ਖਤਮ ਹੋ ਜਾਵੇਗੀ। ਬੁਝਾਰਤ ਕੀ ਹੈ? ਬੁਝਾਰਤ ਵਿੱਚ ਕਲਪਨਾ ਹੁੰਦੀ ਹੈ।
ਬਿੰਬ ਪੀੜਨਾ ਹੁੰਦਾ ਹੈ ਸ਼ਬਦਾਂ ਰਾਹੀਂ। ਬਿੰਬ ਪੀੜਨਾ ਕੀ ਹੁੰਦਾ ਹੈ? ਕਲਪਨਾ ਰਾਹੀਂ ਇੱਕ ਚਿੱਤਰ ਉਸਾਰ ਲੈਣਾ। ਜਿਵੇਂ ਕਿ ਆਮ ਹੀ ਅਸੀਂ ਕਹਿੰਦੇ ਹਾਂ ਨਿੱਕੀ ਜਿਹੀ ਕੁੜੀ, ਉਸਦੇ ਢਿੱਡ ਵਿੱਚ ਲਖੀਰ, ਜਿਵੇਂ ਉਹਦਾ ਆਨਸਰ ਹੁੰਦਾ ਹੈ ਕਣਕ ਦਾ ਦਾਣਾ, ਪਰ ਕੁੜੀ ਕਿਤੇ ਕਣਕ ਦਾ ਦਾਣਾ ਵਿੱਚ ਇਹ ਕੋਈ ਬਣਦਾ ਨਹੀਂ ਨਾ ਹੈ ਵੀ, ਮਤਲਬ ਕਿ ਉਹਦਾ ਸਿੱਧਾ ਸੰਬੰਧ ਨਹੀਂ ਹੁੰਦਾ। ਉਹਦੇ 'ਚ ਇੱਕ ਔੜ ਨਹੀਂ, ਇੱਕ ਗੁੰਝਲ ਪਾਈ ਹੁੰਦੀ ਹੈ, ਤਾਂ ਉਸਨੂੰ ਜਿਹੜਾ ਬੁਝਾਰਤ ਕਿਹਾ ਜਾਂਦਾ ਹੈ। ਦੀਵਾ ਬੱਤੀ ਦੀ ਰਸਮ ਕਦੋਂ ਕੀਤੀ ਜਾਂਦੀ ਹੈ? ਦੀਵੇ ਬੱਤੀ ਦੀ ਰਸਮ ਮੌਤ ਸਮੇਂ ਕੀਤੀ ਜਾਂਦੀ ਹੈ। ਦੀਵੇ ਬੱਤੀ ਦੀ ਰਸਮ ਜਦੋਂ ਉਹ ਦੀਵੇ ਨੂੰ ਮਤਲਬ ਕਿ ਬੁਝਾ ਦਿੱਤਾ ਜਾਂਦਾ ਹੈ, ਕਿ ਉਹ ਇਨਸਾਨ ਨਾਲ ਉਸਦਾ ਸੰਬੰਧ ਜੋੜਿਆ ਜਾਂਦਾ ਹੈ ਕਿ ਜਗਦਾ ਹੋਇਆ ਦੀਵਾ ਇੱਕ ਇਨਸਾਨ ਦੀ ਜ਼ਿੰਦਗੀ ਹੈ, ਅਤੇ ਜਦੋਂ ਉਸਦਾ ਦੀਵਾ ਲੋ ਖਤਮ ਹੋ ਜਾਂਦੀ ਹੈ ਤਾਂ ਇਨਸਾਨ ਦੀ ਜ਼ਿੰਦਗੀ ਵੀ ਖਤਮ ਹੋ ਜਾਂਦੀ ਹੈ। ਉਸ ਨੂੰ ਇਸ ਤਰ੍ਹਾਂ ਕਰਕੇ ਜੋੜਿਆ ਜਾਂਦਾ ਹੈ। ਬੁੱਲੇ ਸ਼ਾਹ ਕਿਹੜੀ ਸਦੀ ਦਾ ਸ਼ਾਇਰ ਹੈ? ਬੁੱਲੇ ਸ਼ਾਹ 17ਵੀਂ 18ਵੀਂ ਸਦੀ ਦਾ ਸ਼ਾਇਰ ਹੈ। ਜੇ ਸਿਰਫ ਸਦੀ ਪੁੱਛਿਆ ਹੋਵੇ, ਇੱਕ ਸਦੀ ਪੁੱਛਿਆ ਹੋਵੇ, ਤਾਂ ਸਿਰਫ ਤੁਸੀਂ ਜਨਮ ਵਾਲੀ ਸਦੀ ਹੀ ਦੱਸਣੀ ਹੈ, 17ਵੀਂ ਸਦੀ ਲਿਖਣੀ ਹੈ, ਕਿਉਂਕਿ 1680 ਦੇ ਵਿੱਚ ਜਨਮ ਹੋਇਆ ਸੀ ਉਹਨਾਂ ਦਾ, ਅਤੇ 1758 ਦੇ ਵਿੱਚ ਮੌਤ ਹੋਈ ਸੀ। ਜਦੋਂ ਦੋਨੇ ਚੀਜ਼ਾਂ, ਜੇ ਦੋਨੋਂ ਦਿੱਤਾ ਹੋਇਆ, ਤੁਹਾਨੂੰ ਆਪਸ਼ਨ ਵੀ ਦੋਨਾਂ ਹੀ ਦਿੱਤੀ ਹੋਈ ਹੈ, ਤਾਂ ਤੁਸੀਂ 17ਵੀਂ 18ਵੀਂ ਕਰੋਗੇ, ਕਿਉਂਕਿ 17ਵੀਂ ਸਦੀ ਵਿੱਚ ਉਹਨਾਂ ਦਾ ਜਨਮ ਹੋਇਆ ਹੈ ਅਤੇ 18ਵੀਂ ਸਦੀ ਵਿੱਚ ਉਹਨਾਂ ਦੀ ਮੌਤ ਹੋਈ ਹੈ। ਬਾਬਾ ਫਰੀਦ ਜੀ ਨੇ 4 ਸ਼ਬਦਾਂ ਦੀ ਰਚਨਾ ਕੀਤੀ ਸੀ, 2 ਰਾਗ ਆਸਾ ਦੇ ਵਿੱਚ, 2 ਰਾਗ ਸੂਹੀ ਦੇ ਵਿੱਚ। ਜਿਹੜੇ ਆਸਾ ਦੇ ਵਿੱਚ ਨੇ 2 ਰਾਗ, 2 ਸ਼ਬਦ ਜੋ ਆਸਾ ਦੇ ਵਿੱਚ ਨੇ, ਆਸਾ ਰਾਗ ਦੇ ਵਿੱਚ, ਉਹ ਇਹ ਨੇ, ਦਿਲੋਂ ਮੁਹੱਬਤ ਜਿਨ ਸੇਈ ਸੱਚਿਆ, ਇੱਕ ਇਹ ਸ਼ਬਦ ਹੈ, ਇੱਕ ਹੈ ਬੋਲੇ ਸ਼ੇਖ ਫਰੀਦ ਪਿਆਰੇ, ਇੱਕ ਇਹ ਸ਼ਬਦ ਹੈ। ਇਹ ਦੋਨੋਂ ਆਸਾ ਰਾਗ ਵਿੱਚ ਹਨ। ਜੋ ਸੂਹੀ ਰਾਗ ਵਿੱਚ ਹਨ ਉਹ ਹਨ ਬੇੜਾ ਬੰਦ ਨਾ ਸਕਿਓ, ਇੱਕ ਇਹ ਅਲੱਗ ਸ਼ਬਦ ਹੈ, ਅਤੇ ਤਪ ਤਪ ਲੋਏ ਲੋਏ ਹਾਥ ਮਰੋਰੋ ਸੂਹੀ ਰਾਗ ਵਿੱਚ। ਇਹਦੇ ਵਿੱਚ ਇੱਕ ਜਿਵੇਂ ਟ੍ਰਿਕ ਹੈ ਛੋਟੀ ਜਿਹੀ ਯਾਦ ਰੱਖਣ ਵਾਲੀ, ਜੇ ਨਹੀਂ ਯਾਦ ਰਹਿੰਦਾ ਤਾਂ ਸੂਹੀ ਰਾਗ ਹੈ ਜੋ ਸੱਸੇ ਦੇ ਨੀਚੇ 2 ਦਲੈਂਕੜ ਨੇ, ਅਤੇ ਇੱਧਰ ਵੀ ਬੇੜਾ ਬੰਦ ਬੱਬਾ 2 ਵਾਰੀ ਆ ਰਿਹਾ ਹੈ, ਤਪ ਤਪ ਲੋਏ ਲੋਏ ਮਤਲਬ ਕਿ ਡਬਲ ਅੱਖਰ ਆ ਰਿਹਾ ਹੈ। ਇਸ ਲਈ ਸੂਹੀ ਰਾਗ ਇਵੇਂ ਤੁਸੀਂ ਯਾਦ ਰੱਖ ਸਕਦੇ ਹੋ ਕਿ ਕਿਹੜੇ ਸ਼ਬਦ ਸੂਹੀ ਰਾਗ ਵਿੱਚ ਆਉਂਦੇ ਨੇ, ਕਿਹੜੇ ਆਸਾ ਰਾਗ ਵਿੱਚ ਆਉਂਦੇ ਨੇ। ਆਸਾ ਰਾਗ ਵਿੱਚ ਜੋ ਸ਼ਬਦ ਨੇ ਉਹ ਹੈ ਦਿਲੋਂ ਮੁਹੱਬਤ ਜਿਨ ਸੇਈ ਸੱਚਿਆ, ਪਹਿਲਾ ਸ਼ਬਦ। ਦੂਜਾ ਸ਼ਬਦ ਹੈ ਬੋਲੇ ਸ਼ੇਖ ਫਰੀਦ ਪਿਆਰੇ। ਇਸ ਦੀਆਂ ਸਿਰਫ ਸ਼ੁਰੂਆਤ ਵਾਲੀਆਂ ਲਾਈਨਾਂ ਹੀ ਮੈਂ ਦਿੱਤੀਆਂ ਹਨ, ਕਿਉਂਕਿ ਫਿਰ ਬਹੁਤ ਜ਼ਿਆਦਾ ਵਿਸਥਾਰ ਹੋ ਜਾਂਦਾ ਹੈ। ਬੇੜਾ ਬੰਦ ਨਾ ਸਕਿਓ, ਇਹ ਪਹਿਲਾ ਸ਼ਬਦ ਹੈ ਸੂਹੀ ਰਾਗ ਵਿੱਚ। ਫਿਰ ਹੈ ਤਪ ਤਪ ਲੋਏ ਲੋਏ ਹਾਥ ਮਰੋੜੋ, ਇਹ ਹੈ ਸੂਹੀ ਰਾਗ ਦੇ ਵਿੱਚ। ਇਹ ਦੂਸਰਾ ਸ਼ਬਦ ਹੈ ਸੂਹੀ ਰਾਗ ਦੇ ਵਿੱਚ। ਤਾਰੋ ਕਹਾਣੀ ਕਿਸ ਦੀ ਹੈ? ਜਿਵੇਂ ਤਾਰੋ ਕਹਾਣੀ ਨੌਰੰਗ ਸਿੰਘ ਦੀ ਹੈ, ਰੋਮਾਂਟਿਕ ਬਿਰਤਾਂਤ ਹੈ। ਤਾਰੋ ਐਸੀ ਹੈ ਅਤੇ ਜਿਉਣਾ ਜਿਹੜਾ ਜੱਟ ਹੈ, ਉਹਨਾਂ ਦੋਵਾਂ 'ਚ ਪਿਆਰ ਹੋ ਜਾਂਦਾ ਹੈ। ਜਿਹੜੇ ਲੋਕ ਨੇ, ਉਹ ਜਿਹੜੇ ਪਿੰਡ ਦੇ ਲੋਕ ਨੇ, ਉਹ ਉਹਨਾਂ ਦਾ ਵਿਰੋਧ ਕਰਦੇ ਨੇ ਬਹੁਤ ਜ਼ਿਆਦਾ, ਅਤੇ ਅਖੀਰ 'ਤੇ ਜਿਹੜੀ ਉਹ ਤਾਰੋ ਹੈ ਉਹ ਕਿਤੇ ਖੁਦਕੁਸ਼ੀ ਕਰਨ ਲਈ ਚਲੀ ਜਾਂਦੀ ਹੈ, ਅਤੇ ਉੱਥੇ ਜਿਹੜਾ ਉਹ ਜਿਉਣਾ ਜਿਹੜਾ ਹੈਗਾ ਗੱਜਣ ਜੱਟ ਕਹਿੰਦੇ ਆ ਉਹਨੂੰ, ਉਹ ਜਿਹੜਾ ਉੱਥੇ ਆ ਜਾਂਦਾ ਹੈ ਅਤੇ ਉਹਨੂੰ ਬਚਾ ਲੈਂਦਾ ਹੈ। ਫਿਰ ਉਹ ਕੋਰਟ 'ਚ ਜਾ ਕੇ ਆਪਦੀ ਵਿਆਹ ਕਰਵਾ ਲੈਂਦੇ ਹਨ। ਇਸ ਤਰ੍ਹਾਂ ਹੀ ਕਹਾਣੀ ਦਾ ਥੋੜ੍ਹਾ ਜਿਹਾ ਸਟੋਰੀ ਹੈਗੀ। ਜਿਹੜੀ ਤਾਰੋ ਕਹਾਣੀ ਆ ਉਹ ਰੋਮਾਂਟਿਕ ਹੈ, ਰੋਮਾਂਟਿਕ ਬਿਰਤਾਂਤ ਹੈ। ਦੇਸ਼ ਵੰਡ ਤੋਂ ਪਹਿਲਾਂ ਜਿਹੜੀਆਂ ਉਹਨਾਂ ਨੇ ਲਿਖੀਆਂ ਨੇ ਨੌਰੰਗ ਸਿੰਘ ਜੀ ਨੇ, ਉਹ ਹੈ ਬੋਝਲ ਪੰਡਾ ਕਾਵ ਸੰਗ੍ਰਹਿ। ਉਹਨਾਂ ਨੇ ਜਿਹੜੇ ਕਹਾਣੀ ਸੰਗ੍ਰਹਿ ਲਿਖੇ ਨੇ, ਬੋਝਲ ਪੰਡਾ 1940 'ਚ ਨੌਰੰਗ ਸਿੰਘ ਦਾ। ਵੱਖਰੀ ਦੁਨੀਆ ਜਿਹੜਾ ਹੈਗਾ 1949 ਵਿੱਚ ਗੁਰਮੁਖ ਮੁਸਾਫਰ ਦਾ। ਸੁਪਨਿਆਂ ਦੀ ਕਬਰ 1950 ਵਿੱਚ ਨਾਨਕ ਸਿੰਘ ਦਾ ਕਹਾਣੀ ਸੰਗ੍ਰਹਿ। ਸਿੱਟਿਆਂ ਦੀ ਛਾਂ 1950 ਦੇ ਵਿੱਚ ਸੰਤੋਖ ਸਿੰਘ ਧੀਰ ਦਾ ਹੈ। ਕੁਛ ਕਹਾਣੀ ਸੰਗ੍ਰਹਿ ਹੈ। ਇਹ ਕਹਾਣੀ ਸੰਗ੍ਰਹਿ ਜਿਹੜਾ ਪਹਿਲਾ ਹੈ ਨੌਰੰਗ ਸਿੰਘ ਦਾ, ਇਹ ਦੇਸ਼ ਵੰਡ ਤੋਂ ਪਹਿਲਾਂ ਦਾ ਹੈ। ਬੋਝਲ ਪੰਡਾ 1940 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ। ਵੱਖਰੀ ਦੁਨੀਆ 1949 ਦੇ ਵਿੱਚ, ਇਹ ਵੰਡ ਤੋਂ ਬਾਅਦ ਦਾ ਹੈ। ਇਹ ਜਿਹੜੇ ਅਗਲੇ ਹੈ ਨਾ ਉਹ ਤਿੰਨੇ ਜੋ ਵੰਡ ਤੋਂ ਬਾਅਦ ਦੇ ਹਨ। ਵੱਖਰੀ ਦੁਨੀਆ 1949 ਦਾ ਹੈ ਗੁਰਮੁਖ ਸਿੰਘ ਮੁਸਾਫਰ ਦਾ। ਸੁਪਨਿਆਂ ਦੀ ਕਬਰ 1950 ਵਿੱਚ ਨਾਨਕ ਸਿੰਘ ਦਾ। ਸਿੱਟਿਆਂ ਦੀ ਛਾਂ ਸੰਤੋਖ ਸਿੰਘ ਧੀਰ ਦਾ। ਕੋਈ ਇੱਕ ਸਵਾਰ ਕਹਾਣੀ ਸੰਬੰਧਿਤ ਹੈ ਪੂੰਜੀਵਾਦੀ ਯੁੱਗ ਦੇ ਆਉਣ ਨਾਲ ਪ੍ਰਭਾਵ ਜਿਹੜਾ, ਇਹ ਸੰਤੋਖ ਸਿੰਘ ਧੀਰ ਦੀ ਲਿਖੀ ਹੋਈ ਕਹਾਣੀ ਹੈ। ਕੋਈ ਇੱਕ ਸਵਾਰ ਤਾਂਗੇ 'ਚ ਕੋਈ ਇੱਕ ਸਵਾਰ ਤਾਂ ਆ ਜਾਓ, ਮਤਲਬ ਕਿ ਇਹਦਾ ਇਹ ਹੈ ਕਿ ਜਿਹੜਾ ਬੱਸਾਂ ਦੇ ਆਉਣ ਨਾਲ, ਮੋਟਰ ਗੱਡੀਆਂ ਦੇ ਆਉਣ ਨਾਲ, ਹੋਰ ਜਿਹੜੇ ਇਲੈਕਟ੍ਰੋਨਿਕ ਜਿਹੜੇ ਰਿਕਸ਼ਾ ਆਉਣ ਨਾਲ, ਜਾਂ ਹੋਰ
ਜਾਂ ਫਿਰ ਜਿਹੜੇ ਇੰਜਨ ਵਾਲੇ ਜਿਹੜੇ ਆ ਗਏ ਸੀ, ਆਪਣੇ ਟੈਂਪੂ ਆ ਗਏ ਸੀ, ਉਹਨਾਂ ਦੇ ਆਉਣ ਨਾਲ ਜਿਹੜਾ ਤਾਂਗੇ ਰੇੜੇ ਵਾਲਿਆਂ ਦਾ ਕੰਮ ਹੈ ਉਹ ਬਹੁਤ ਘੱਟ ਜਾਂਦਾ ਹੈ। ਅਤੇ ਤਾਂਗੇ ਵਾਲਾ ਸਾਰਾ ਦਿਨ ਵੇਟ ਕਰਦਾ ਰਹਿੰਦਾ ਹੈ ਕਿ ਉਹ ਫਿਰ ਕਹਿੰਦਾ ਹੈ ਕਿ ਕੋਈ ਇੱਕ ਸਵਾਰ ਤਾਂ ਆ ਜਾਓ ਕਿ ਇੰਨੇ ਕੁ ਪੈਸੇ ਤਾਂ ਬਣ ਜਾਣ ਕਿ ਉਹ ਬੱਚਿਆਂ ਨੂੰ ਰੋਟੀ ਖਵਾ ਸਕੇ। ਇਸ ਲਈ ਇਸ ਕਹਾਣੀ ਦਾ ਨਾਂ ਕੋਈ ਇੱਕ ਸਵਾਰ ਰੱਖਿਆ ਗਿਆ ਹੈ। ਇਹ ਪੂੰਜੀਵਾਦੀ ਯੁੱਗ ਦੇ ਪ੍ਰਭਾਵ ਨੂੰ ਦਰਸਾਉਂਦੀ ਹੋਈ ਕਹਾਣੀ ਹੈ ਕਿ ਜਦੋਂ ਪੂੰਜੀਵਾਦੀ ਯੁੱਗ ਆ ਗਿਆ ਸੀ ਤਾਂ ਉਦੋਂ ਕਿਵੇਂ ਪ੍ਰਭਾਵਿਤ ਜਿਹੜੇ ਛੋਟੇ ਕਿੱਤਿਆਂ ਵਾਲੇ ਜਾਂ ਜਿਹੜੇ ਹੱਥ ਨਾਲ ਕੰਮ ਕਰਨ ਵਾਲੇ ਜਾਂ ਜਿਹੜੀਆਂ ਮਤਲਬ ਕਿ ਛੋਟੀਆਂ ਸਨਅਤਾਂ ਸੀ, ਉਹਨਾਂ ਨੂੰ ਕੀ ਪ੍ਰਭਾਵ ਉਹਦਾ ਪਿਆ ਪੂੰਜੀਵਾਦੀ ਯੁੱਗ ਦਾ। ਤਿਲ ਚੌਲੀ 1965 ਦੇ ਵਿੱਚ ਆਇਆ ਮੋਹਨ ਭੰਡਾਰੀ ਦਾ ਕਹਾਣੀ ਸੰਗ੍ਰਹਿ ਹੈ। ਜੋ ਤਿਲ ਚੌਲੀ ਹੈ ਉਹ 1965 ਦੇ ਵਿੱਚ ਮੋਹਨ ਭੰਡਾਰੀ ਦਾ ਕਹਾਣੀ ਸੰਗ੍ਰਹਿ ਹੈ। ਤਿਲ ਚੌਲੀ ਕਹਾਣੀ ਦੀ ਵੀ ਥੋੜ੍ਹੀ ਮੈਂ ਤੁਹਾਨੂੰ ਕਥਾ ਦੱਸ ਦਿੰਦੀ ਹਾਂ ਕਿ ਇੱਕ ਬਾਣੀਆ ਸੇਠ ਹੈ ਜਾਂ ਬਾਣੀਆ ਕਹਿ ਸਕਦੇ ਹਾਂ, ਇੱਕ ਸੇਠ ਹੈ, ਉਹ ਹਰ ਰੋਜ਼ ਕੀ ਹੈ ਤਿਲ ਚੌਲੀ ਪਾਉਣ ਜਾਂਦਾ ਹੈ ਕੀੜਿਆਂ ਦੇ ਭੌਣ ਦੇ ਉੱਤੇ। ਅਤੇ ਹਰ ਰੋਜ਼ ਇੱਕ ਵੱਡਾ ਕੀੜਾ ਜਿਹੜਾ ਉਹ ਆਪਣਾ ਵੱਡਾ ਸਾਰਾ ਟੁਕੜਾ ਲੈ ਕੇ ਚਲਿਆ ਜਾਂਦਾ ਹੈ ਅਤੇ ਬਾਕੀ ਜਿਹੜੀਆਂ ਛੋਟੀਆਂ ਛੋਟੀਆਂ ਕੀੜੀਆਂ ਹਨ ਉਹਨਾਂ ਨੂੰ ਥੋੜ੍ਹਾ ਥੋੜ੍ਹਾ ਮਿਲਦਾ ਹੈ ਉਹ ਖਾਣਾ। ਫਿਰ ਉਸ ਨੂੰ ਇਹ ਮਤਲਬ ਕਿ ਉਹ ਪ੍ਰਤੀਕ ਰਾਹੀਂ ਇਹ ਦਰਸਾਇਆ ਗਿਆ ਹੈ, ਇੱਕ ਦਿਨ ਉਹ ਇਕੱਠੀਆਂ ਕੀੜੀਆਂ ਹੋ ਕੇ ਸਾਰੀਆਂ ਉਸ ਕੀੜੇ ਤੋਂ ਖੋਹ ਲੈਂਦੀਆਂ ਹਨ ਅਤੇ ਉਸ ਜਿਹੜਾ ਸੇਠ ਹੈ ਉਸ ਨੂੰ ਵੀ ਇਹ ਲੱਗਦਾ ਹੈ ਕਿ ਕਿਸੇ ਦਿਨ ਮਜ਼ਦੂਰ ਵੀ ਐਵੇਂ ਇਕੱਠੇ ਹੋ ਕੇ ਜਿਹੜੇ ਸੇਠਾਂ ਕੋਲ ਜ਼ਿਆਦਾ ਪੈਸਾ ਹੈ, ਜੋ ਧਨਾੜ ਹਨ, ਐਲੀਟ ਕਲਾਸ ਨਾਲ ਸੰਬੰਧਿਤ ਹਨ, ਉਹਨਾਂ ਤੋਂ ਵੀ ਸਾਰਾ ਕੁਛ ਖੋਹ ਲਿਆ ਜਾਵੇਗਾ। ਇਸ ਲਈ ਇਸ ਕਹਾਣੀ ਨੂੰ ਤਿਲ ਚੌਲੀ ਪ੍ਰਤੀਕ ਵਜੋਂ ਬਣਾਇਆ ਗਿਆ ਹੈ। ਆਈਸੀ ਨੰਦਾ ਦੀ ਤੁਲਨਾ ਕਿਸ ਨਾਲ ਕੀਤੀ ਜਾਂਦੀ ਹੈ? ਆਈਸੀ ਨੰਦਾ ਦੀ ਤੁਲਨਾ ਇਬਸਨ ਨਾਲ ਕੀਤੀ ਜਾਂਦੀ ਹੈ। ਇਬਸਨ ਸੀ ਜੋ ਉਹ ਵੀ ਆਪਣੇ ਆਲੇ ਦੁਆਲੇ ਸਮਾਜਿਕ ਸਮੱਸਿਆਵਾਂ ਨੂੰ ਚਿੱਤਰਦਾ ਸੀ। ਆਈਸੀ ਨੰਦਾ ਨੇ ਵੀ ਆਪਣੀਆਂ ਇਕਾਂਗੀਆਂ ਦੇ ਵਿੱਚ, ਆਪਣੇ ਨਾਟਕਾਂ ਦੇ ਵਿੱਚ ਆਪਣੇ ਆਲੇ ਦੁਆਲੇ ਦੀਆਂ ਚੁਗਿਰਦੇ ਦੀਆਂ ਜੋ ਹਰ ਰੋਜ਼ ਸਮੱਸਿਆਵਾਂ ਪੈਦਾ ਹੁੰਦੀਆਂ ਹਨ, ਜਿਵੇਂ ਉਹਨਾਂ ਦੀ ਇੱਕ ਇਕਾਂਗੀ ਹੈ ਬੇਬੇ ਰਾਮ ਭਜਨੀ, ਜਿਵੇਂ ਕਿ ਉਹ ਸਾਧੂ ਸੰਤਾਂ ਪਿੱਛੇ ਲੱਗ ਕੇ ਆਪਣਾ ਸਾਰਾ ਕੁਛ ਹੀ ਲੁਟਰਾ ਦਿੰਦੀ ਹੈ। ਵਿਧਵਾ ਵਿਆਹ ਬਾਰੇ ਲਿਖਿਆ ਹੈ, ਬਾਲ ਵਿਵਾਹ ਬਾਰੇ ਲਿਖਿਆ ਹੈ ਕਿ ਕਿਵੇਂ ਆਪਣੀਆਂ ਛੋਟੀਆਂ ਛੋਟੀਆਂ ਕੁੜੀਆਂ ਨੂੰ ਵੱਡੀ ਉਮਰ ਦੇ ਮੁੰਡਿਆਂ ਨਾਲ ਵਿਆਹ ਦਿੱਤਾ ਜਾਂਦਾ ਹੈ ਪੈਸੇ ਦੇ ਲਾਲਚ ਵਸ ਆ ਕੇ। ਇਹ ਸਾਰੇ ਕਾਸੇ ਨੂੰ ਵਰਣਨ ਕੀਤਾ ਹੋਇਆ। ਇਬਸਨ ਵੀ ਐਵੇਂ ਹੀ ਯਥਾਰਥਵਾਦ ਨੂੰ ਹੀ ਪੇਸ਼ ਕਰਦਾ ਸੀ। ਇਸ ਲਈ ਜਿਹੜਾ ਉਹਦਾ ਆਪਣੇ ਆਈਸੀ ਨੰਦਾ ਦਾ ਹੈ ਜੋ ਤੁਲਨਾ ਉਹਦੀ ਮਤਲਬ ਕਿ ਆਈਸੀ ਨੰਦਾ ਦੀ ਤੁਲਨਾ ਇਬਸਨ ਨਾਲ ਕੀਤੀ ਗਈ ਹੈ। ਇਬਸਨ ਜਿਹੜਾ ਸੀ ਉਹ ਨਾਰਵੇ ਦੇ ਰਹਿਣ ਵਾਲਾ ਸੀਗਾ। ਪੰਜਾਬੀ ਸੱਭਿਆਚਾਰ ਦੇ ਪਹਿਚਾਣ ਚਿੰਨ੍ਹ ਕਿਸ ਦੀ ਬੁੱਕ ਹੈ? ਪੰਜਾਬੀ ਸੱਭਿਆਚਾਰ ਦੇ ਪਹਿਚਾਣ ਚਿੰਨ੍ਹ ਜਸਵਿੰਦਰ ਸਿੰਘ ਦੀ ਬੁੱਕ ਹੈ, ਡਾਕਟਰ ਜਸਵਿੰਦਰ ਸਿੰਘ। ਇਹ ਜਿਹੜੇ ਸੱਭਿਆਚਾਰ ਬਾਰੇ ਬਹੁਤ ਵਧੀਆ ਰਾਈਟਰ ਨੇ, ਜੋ ਸੱਭਿਆਚਾਰ ਬਾਰੇ ਬਹੁਤ ਜ਼ਿਆਦਾ ਕਿਤਾਬਾਂ ਲਿਖੀਆਂ ਹੋਈਆਂ ਨੇ ਇਹਨਾਂ ਨੇ। ਲੋਕਧਾਰਾ, ਭਾਸ਼ਾ ਅਤੇ ਸੱਭਿਆਚਾਰ ਭੁਪਿੰਦਰ ਸਿੰਘ ਖਹਿਰਾ ਦੀ ਬੁੱਕ ਹੈ। ਲੋਕਯਾਨ, ਭਾਸ਼ਾ ਅਤੇ ਸੱਭਿਆਚਾਰ ਕਰਨੈਲ ਸਿੰਘ ਥਿੰਦ ਦੀ ਹੈ। ਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰ ਗੁਰਬਖਸ਼ ਸਿੰਘ ਫਰੈਂਕ ਦੀ ਬੁੱਕ ਹੈ। ਅੱਜ ਲਈ ਸਿਰਫ ਇੰਨਾ ਹੀ। ਇਸ ਤੋਂ ਅੱਗੇ ਮੈਂ ਕੱਲ੍ਹ ਫਿਰ ਵੀਡੀਓ ਪਾਵਾਂਗੀ ਅਤੀ ਮਹੱਤਵਪੂਰਨ ਪ੍ਰਸ਼ਨਾਂ ਦੀ। ਵੱਧ ਤੋਂ ਵੱਧ ਮੇਰੀ ਵੀਡੀਓ ਨੂੰ ਸ਼ੇਅਰ ਕਰੋ, ਲਾਈਕ ਕਰੋ, ਸਬਸਕ੍ਰਾਈਬ ਕਰੋ। ਧੰਨਵਾਦ।